ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅੱਗੇ ਵਕੀਲ ਸਰਦਾਰ ਨਵਕਿਰਨ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ FIR ਦਰਜ ਹੋਈ ਹੈ ਧਾਰਾ 25, 27A ਤੇ 29 NDPS ਐਕਟ ਦੇ ਤਹਿਤ। ਇਹਦੇ ਪਿਛੋਕੜ ਦੀ ਵੀ ਗੱਲ ਕਰਾਂਗੇ ਤੇ ਅੱਗੇ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ। ਕੀ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ? ਸੀਲਬੰਦ ਰਿਪੋਰਟ ਜਿਹੜੀ ਹਾਈ ਕੋਰਟ 'ਚ ਗਈ ਸੀ ਉਹਦੇ ਬਾਰੇ ਕੀ ਕੁਝ ਚੱਲ ਰਿਹਾ। ਸਵਾਗਤ ਹੈ ਤੁਹਾਡਾ ਨਵਕਿਰਨ ਸਿੰਘ ਜੀ। ਹਾਂਜੀ ਸੁਖਿੰਦਰ ਜੀ। ਜੀ ਨਵਕਿਰਨ ਸਿੰਘ ਜੀ, ਇਹ ਜਦੋਂ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਦੋਂ ਅਕਾਲੀਆਂ ਦਾ ਰਾਜ ਸੀ ਤੇ ਉਹ ਉਦੋਂ ਕਹਿੰਦੇ ਸੀ ਕਿ ਮਜੀਠੀਆ ਦਾ ਨਾਮ ਸਿਆਸਤ ਦੇ ਵਿੱਚ ਮਤਲਬ ਕਿ ਇੱਕ ਹਊਆ ਕ੍ਰੀਏਟ ਕਰਨ ਦੇ ਲਈ, ਕਿ ਇਹ ਨਹੀਂ ਜਾਂਚ ਨੂੰ ਡਿਰੇਲ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ। ਪਰ ਅੱਜ ਜਿਹੜੀ ਸਟੇਟ ਕ੍ਰਾਈਮ ਪੁਲਿਸ ਮੋਹਾਲੀ ਦੇ ਵਿੱਚ FIR ਦਰਜ ਹੋਈ ਆ, ਇਹਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ? ਦੇਖੋ ਜੀ, ਮੈਨੂੰ ਨਹੀਂ ਪਤਾ ਕਿ ਉਦੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਸੀ ਜਾਂ ਨਹੀਂ ਸੀ ਆਇਆ। ਮੈਨੂੰ ਤਾਂ ਇੰਨਾ ਪਤਾ ਹੈ ਕਿ 2017 ਵਿੱਚ ਮੈਨੂੰ ਪਤਾ ਚੱਲਿਆ ਕਿ ਜਿਹੜਾ ਡਰੱਗ ਰੈਕੇਟ ਕੇਸ ਦੇ ਵਿੱਚ ਚਹਿਲ ਦੀ ਸਟੇਟਮੈਂਟਸ ਕੋਈ ਹੋਈਆਂ ਨੇ ED ਦੇ ਅੱਗੇ ਜੀ, ਜਿਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ। ਸੋ ਅਸੀਂ ਉਹਦੀ ਸਰਟੀਫਾਈਡ ਕਾਪੀਜ਼ ਮੋਹਾਲੀ ਕੋਰਟ ਚੋਂ ਕਢਵਾਈਆਂ ਜੀ। ਉਹ ਸਰਟੀਫਾਈਡ ਕਾਪੀਜ਼ ਨੂੰ ਅਸੀਂ ਲਗਾ ਕੇ ਹਾਈ ਕੋਰਟ ਦੀ ਦਰਖਾਸਤ ਦਿੱਤੀ ਵੀ ਇਹ 3-4 ਸਟੇਟਮੈਂਟਸ ਹੈਗੀਆਂ ਜਿਹਦੇ ਚ ਨਾਮ ਆਇਆ ਤੇ ਹੁਣ ਤੁਸੀਂ ਜਿਹੜਾ ਹੈਗਾ ਇਹਨੂੰ ਮਿਹਰਬਾਨੀ ਕਰਕੇ ਪੰਜਾਬ ਪੁਲਿਸ ਨੂੰ ਕਹੋ ਕਿ ਇਹਦੀ ਤਫਤੀਸ਼ ਕਰਨ, ਕਿਉਂਕਿ ਉਦੋਂ ਤੱਕ ਅਕਾਲੀ ਸਰਕਾਰ ਹਟ ਚੁੱਕੀ ਸੀ। ਸਾਨੂੰ ਸੀਗਾ ਵੀ ਜਿਹੜੀ ਕਾਂਗਰਸ ਗਵਰਨਮੈਂਟ ਹੈਗੀ ਹੈ ਕਮ ਸੇ ਕਮ ਇਹਦੀ ਤਫਤੀਸ਼ ਤਾਂ ਕਰੇਗੀ। ਤੇ ਹਾਈ ਕੋਰਟ ਨੇ ਜਿਹੜਾ ਹੈਗਾ STF ਚੀਫ ਨੂੰ ਹਰਪ੍ਰੀਤ ਸਿੰਘ ਸਿੱਧੂ ਨੂੰ ਕਿਹਾ ਵੀ ਤੁਸੀਂ ਇਹਨਾਂ ਸਾਰੇ ਤੱਥਾਂ ਨੂੰ ਘੋਖੋ ਕਿ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਜੀ। ਉਹਨਾਂ ਨੇ ਆਪਣੀ ਰਿਪੋਰਟ ਦਿੱਤੀ। ਉਹ ਰਿਪੋਰਟ ਫਿਰ ਪੰਜਾਬ ਸਰਕਾਰ ਨੂੰ ਭੇਜੀ ਗਈ। ਪੰਜਾਬ ਸਰਕਾਰ ਨੇ ਅਭੀ ਆਪਣੀ ਰਿਪੋਰਟ ਦਿੱਤੀ ਜਿਹੜੀ ਕਿ April 2018 ਦੀ ਬੰਦ ਪਈ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ April 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹਾਲੇ ਚੀਫ ਮਿਨਿਸਟਰ ਸੀਗੇ, ਉਦੋਂ ਅਸੀਂ ਦਰਖਾਸਤ ਲਗਾਈ ਵੀ ਮਿਹਰਬਾਨੀ ਕਰਕੇ ਰਿਪੋਰਟਾਂ ਖੋਲੋ ਵੀ ਤੁਸੀਂ ਇੰਨੇ ਸਾਲ ਲਗਾਤੇ। ਠੀਕ ਹੈ, ਵਿੱਚ ਕਰੋਨਾ ਆ ਗਿਆ ਲੇਕਿਨ ਇਹ ਕੇਸ ਵੀ ਇੰਪੋਰਟੈਂਟ ਕੇਸ ਹੈਗਾ ਜੀ। ਸੋ ਅਲਟੀਮੇਟਲੀ ਹੁੰਦਿਆਂ ਪਿਛਲੀ ਪੇਸ਼ੀ ਤੇ ਜਿਹੜਾ ਹੈਗਾ ਜੱਜ ਸਾਹਿਬ ਨੇ ਕਹਿਤਾ ਜੀ ਅਸੀਂ ਵੀ ਸਾਡੇ ਵੱਲੋਂ ਤਾਂ ਕੋਈ ਰੁਕਾਵਟ ਹੈ ਹੀ ਨਹੀਂ ਹੈ। ਤੇ ਅਸੀਂ ਤਾਂ ਰਾਦਰ ਇਸ ਗੱਲ ਤੇ ਹੈਰਾਨ ਆ ਵੀ ਪੰਜਾਬ ਸਰਕਾਰ ਨੇ ਹੁਣ ਤੱਕ ਕੀਤਾ ਕੁਛ ਨਹੀਂ ਹੈਗਾ। ਉਸ ਦੇ ਕਰਕੇ ਜਿਹੜਾ ਹੈਗਾ ਹੁਣ ਸਾਨੂੰ ਲੱਗਦਾ ਸੀ ਵੀ ਕੋਈ ਕਾਰਵਾਈ ਹੋਏਗੀ। ਸੋ ਤੁਹਾਡੇ ਤੋਂ ਹੀ ਪਤਾ ਚੱਲ ਰਿਹਾ ਵੀ ਪਰਚਾ ਦਰਜ ਹੋ ਗਿਆ। ਹੁਣ ਪਰਚਾ ਪੜਾਂਗੇ ਤੇ ਪਤਾ ਚੱਲੇਗਾ ਵੀ ਕੀ ਉਹਦੇ ਲਿਖਿਆ ਹੋਇਆ ਤੇ ਕੀ ਗੱਲਬਾਤ ਹੈ। ਪਰ ਘੱਟ ਤੋਂ ਘੱਟ ਜਿਹੜੀ ਹੈ ਗੱਲ ਸ਼ੁਰੂ ਤਾਂ ਹੋਈ ਨਾ ਵੀ ਜਿਹੜੇ ਲੋਕ ਪੋਲੀਟੀਸ਼ੀਅਨਸ ਦੇ ਨਾਲ ਰਲ ਕੇ ਪੁਲਿਸ ਵਾਲੇ ਤੇ ਡਰੱਗ ਮਾਫੀਆ ਇੱਕ ਕਾਨ ਕਰਦੇ ਪਏ ਨੇ ਪੰਜਾਬ ਦੀ ਨੌਜਵਾਨੀ ਦਾ, ਉਹਨੂੰ ਕਿਧਰੇ ਠੱਲ ਪਾਉਣ ਲਈ ਇੱਕ ਕਦਮ ਤਾਂ ਪੁੱਟਿਆ ਗਿਆ। ਹਾਈ ਐਂਡ ਮਾਈਟੀ ਹੈ ਤਾਂ ਨਾ ਸਮਝਣ ਵੀ ਅਸੀਂ ਜਿਹੜੇ ਹੈ ਕਾਨੂੰਨ ਦੇ ਸ਼ਿਕੰਜੇ ਤੋਂ ਦੂਰ ਹੈਗੇ ਆ। ਅਸੀਂ ਤਾਂ ਇਹੀ ਕਿਹਾ ਵੀ ਇਹਦੀ ਤਫਤੀਸ਼ ਕਰੋ ਤੇ ਜੇ ਕੋਈ ਤੱਥ ਨਹੀਂ ਆਣਗੇ ਬਿਕਰਮਜੀਤ ਸਿੰਘ ਮਜੀਠੀਆ ਉਹ ਚੋਂ ਬਰੀ ਹੋ ਜਾਏਗਾ, ਹੈ ਨਾ, ਉਹਨੂੰ ਜ਼ਮਾਨਤ ਮਿਲ ਜਾਏਗੀ, ਸਭ ਕੁਝ ਹੋ ਸਕਦਾ ਹੈ, ਕਾਨੂੰਨੀ ਪ੍ਰਕਿਰਿਆ ਚੱਲੇਗੀ। ਬਿਲਕੁਲ ਜੀ। ਨਵਕਿਰਨ ਸਿੰਘ ਜੀ, ਇਹਦੇ ਵਿੱਚ ਨਾ ਮੈਂ ਉਹ ਬਿਆਨ ਜਿਹੜਾ ਕੋਟ ਕਰਦਾ ਜਿਹੜਾ ਜਗਦੀਸ਼ ਭੋਲਾ ਨੇ ਦਿੱਤਾ ਸੀ, ਉਦੋਂ ਮੈਂ ਸੁਣ ਰਿਹਾ ਸੀ। ਉਹ 'ਚ ਉਹਨੇ ਜ਼ਿਕਰ ਕੀਤਾ ਸੀ ਕਿ CIA ਸਟਾਫ 'ਚ ਜਦੋਂ ਪੁੱਛਗਿੱਛ ਹੁੰਦੀ ਸੀ ਸਾਡੀ ਤੇ ਜਦੋਂ ਮਜੀਠੀਏ ਦਾ ਨਾਮ ਆਉਂਦਾ ਸੀ ਤੇ ਕਾਰਵਾਈ ਬੰਦ ਹੋ ਜਾਂਦੀ ਸੀ। ਇਲਜ਼ਾਮ ਇਹ ਨੇ ਕਿ ਬਿਕਰਮ ਮਜੀਠੀਆ ਜਿਹੜੇ ਮੁਲਜ਼ਮ ਨੇ ਇਸ ਮਾਮਲੇ 'ਚ ਦੋਸ਼ੀ ਨੇ ਉਹਨਾਂ ਨੂੰ ਪਨਾਹ ਦਿੰਦੇ ਸੀ। ਇਸ ਪਨਾਹ ਦੇ ਆਧਾਰ ਦੇ ਉੱਤੇ ਮਾਮਲਾ ਹੁਣ ਅੱਗੇ ਵੱਧ ਰਿਹਾ। ਪਰ ਮੈਂ ਜਿਵੇਂ ਕਿਹਾ ਕਿ ਅਕਾਲੀ ਦਲ ਵਾਲੇ ਇਸ ਗੱਲ ਨੂੰ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਜਗਦੀਸ਼ ਭੋਲੇ ਨੂੰ ਗ੍ਰਿਫਤਾਰ ਕੀਤਾ, ਸਾਡੀ ਸਰਕਾਰ ਵੇਲੇ ਗ੍ਰਿਫਤਾਰ ਹੋਇਆ, ਇਹ ਸਿਰਫ ਸਿਆਸਤ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਸਿਆਸਤ ਬਾਰੇ ਤਾਂ ਸਿਆਸਤਦਾਨ ਦੱਸਣ। ਅਸੀਂ ਤਾਂ ਕੋਈ ਸਿਆਸੀ ਬੰਦੇ ਨਹੀਂ, ਸਾਡੀ ਤਾਂ ਮਨੁੱਖੀ ਅਧਿਕਾਰ ਦੀ ਆਰਗੇਨਾਈਜੇਸ਼ਨ ਹੈ ਜੀ। ਐਂਡ ਅੱਜ ਦੀ ਨਹੀਂ, 2000 ਵਿੱਚ ਅਸੀਂ ਇਹ ਜਥੇਬੰਦੀ ਰਜਿਸਟਰ ਕਰਾਈ ਸੀ ਤੇ 35-40 ਕੇਸ ਅਸੀਂ ਹਾਈ ਕੋਰਟ 'ਚ ਫਾਈਲ ਕਰ ਚੁੱਕੇ ਹਾਂ ਜਿਹਦੇ ਵਿੱਚ ਇਫੈਕਟਿਵ ਆਰਡਰਸ ਪਾਸ ਹੋਏ ਨੇ। ਇਸ ਕੇਸ ਦੇ ਵਿੱਚ ਅਸੀਂ 2013 ਤੋਂ ਹਾਈ ਕੋਰਟ ਦੇ ਵਿੱਚ ਜਿਹੜਾ ਇੰਟਰਸਟ ਲਿਟੀਗੇਸ਼ਨ ਵਿੱਚ ਹਾਈ ਕੋਰਟ ਨੂੰ ਅਸਿਸਟ ਕਰ ਰਹੇ ਹਾਂ। ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ ਹੈ। ਹਾਂ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਮੋਟਿਵ ਸਾਡਾ ਹੈਗਾ ਤੇ ਉਸ ਮੋਟਿਵ ਵਿੱਚ ਜੇ ਕੋਈ ਪੋਲਿਟਿਕਸ ਕੋਈ ਖੇਡੀ ਜਾ ਰਹੀ ਹੈ, ਕਿਸੇ ਨੂੰ ਪੋਲੀਟੀਕਲ ਫਾਇਦਾ ਹੋ ਰਿਹਾ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਲੇਕਿਨ ਅਸੀਂ ਕਿਸੇ ਪੋਲਿਟਿਕਸ ਨਾਲ ਕੋਈ ਵਾਬਸਤਾ ਨਹੀਂ ਹੈਗੇ ਤੇ ਕਿਸੇ ਨੂੰ ਵੀ ਅਸੀਂ ਪੋਲੀਟੀਕਲ ਮੋਟੀਵੇਟਿਡ ਪਟੀਸ਼ਨ ਨਾ ਅਸੀਂ ਫਾਈਲ ਕੀਤੀ, ਨਾ ਅਸੀਂ ਚਾਹੁੰਦੇ ਹਾਂ
ਵੀ ਇਹ ਯੂਜ਼ ਕੀਤਾ ਜਾਵੇ। ਬਿਲਕੁਲ। ਮੈਂ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨੇ ਇੱਕ ਕਿਹਾ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ ਤੇ ਕਹਿੰਦੇ ਜਿਹੜੇ ਮਾਮਲੇ 'ਚ ਇਨਵੈਸਟੀਗੇਸ਼ਨ ਵੀ ਹੋ ਚੁੱਕੀ ਹੈ, ਚਲਾਨ ਵੀ ਪੇਸ਼ ਹੋ ਚੁੱਕਿਆ ਹੈ, ਜੱਜਮੈਂਟ ਵੀ ਆ ਚੁੱਕੀ ਹੈ, ਫਿਰ ਦੁਬਾਰਾ ਤੁਸੀਂ ਉਹਨਾਂ ਨੂੰ ਕਿਉਂ ਖੋਲ ਰਹੇ ਹੋ? ਇਹੋ ਜਿਹਾ ਕੀ ਹੋਇਆ ਸੀ? ਦੇਖੋ ਜੀ, ਮੈਨੂੰ ਇਹਦੇ ਬਾਰੇ ਕੋਈ ਗੱਲ ਨਹੀਂ ਪਤਾ। ਮੈਂ ਤਾਂ ਜਿਹੜਾ ਕੇਸ ਦਾਇਰ ਕੀਤਾ ਹੈ ਉਹਦੇ 'ਚ ਕੋਈ ਟਰਾਇਲ ਨਹੀਂ ਹੋਇਆ, ਕੋਈ ਤਫਤੀਸ਼ ਨਹੀਂ ਹੋਈ। ਉਹ ਤਫਤੀਸ਼ ਹਾਈ ਕੋਰਟ ਨੇ ਸ਼ੁਰੂ ਕੀਤੀ ਹੈ ਤੇ ਹਾਲੇ ਤੱਕ ਤਫਤੀਸ਼ ਉਹਦੇ 'ਚ ਨਾ ਅੱਗੇ ਗਈ ਹੈ ਤੇ ਨਾ ਉੱਤੇ ਕੋਈ ਕੇਸ ਚੱਲਿਆ। ਤੁਸੀਂ ਜਿਹੜਾ ਕੇਸ ਦਾਇਰ ਕੀਤਾ ਉਹ 'ਚ ਮਜੀਠੀਆ ਸਾਹਿਬ ਦਾ ਨਾਮ ਹੈਗਾ? ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਅਸੀਂ ਕਿਹਾ ਵੀ ਬਿਕਰਮਜੀਤ ਸਿੰਘ ਮਜੀਠੀਆ ਰੈਵਨਿਊ ਮਿਨਿਸਟਰ ਐਕਸ-ਰੇ ਹੈ, ਜਿਹਦੀ ਭੈਣ ਜਿਹੜੀ ਹੈ ਸੈਂਟਰਲ ਮਿਨਿਸਟਰ ਹੈਗੀ ਹੈ, ਤੇ ਇਹਦੇ ਨਾਮ ਆ ਰਿਹਾ ਤੇ ਇਹਦੀ ਤਫਤੀਸ਼ ਕਰਨੀ ਜ਼ਰੂਰੀ ਹੈ। ਤੇ ਉਹਦੇ ਤੇ ਕੋਈ ਕਾਰਵਾਈ ਅੱਗੇ? ਉਹੀ ਕਾਰਵਾਈ ਤਾਂ ਹੁਣ ਚੱਲ ਰਹੀ ਹੈ ਜੀ, ਹੋਰ ਕਾਹਦਾ ਪਰਚਾ ਦਰਜ ਹੋਇਆ? ਇਹ ਉਸੇ ਬੇਸ ਤੇ ਚੱਲ ਰਹੀ ਹੈ। ਤੇ ਜਿਵੇਂ ਇਹਦੇ ਵਿੱਚ ਪਿਛਲੇ ਦਿਨਾਂ 'ਚ ਰਿਹਾ ਕਿ 3 ADGP ਬਿਊਰੋ ਆਫ ਇਨਵੈਸਟੀਗੇਸ਼ਨ ਬਦਲ ਗਏ, ਅਸਤਾਨਾ ਸਾਹਿਬ ਦੀ ਚਿੱਠੀ ਸਾਹਮਣੇ ਆਈ, ਤੁਸੀਂ ਵੀ ਪੜ੍ਹੀ ਹੋਣੀ ਉਹ ਚਿੱਠੀ? ਨਹੀਂ, ਮੈਂ ਨਹੀਂ ਚਿੱਠੀ ਪੜ੍ਹੀ। ਉਹ ਅਖੀਰਲੇ 2 ਪੇਜ ਸੀਗੇ ਮੇਰੇ ਖਿਆਲ, ਟਵਿੱਟਰ ਦੇ ਉੱਤੇ ਮੈਂ ਨਜ਼ਰ ਮਾਰੀ ਸੀ ਜੀ। ਅਸਤਾਨੇ ਦਾ ਉਹ ਜਿਹੜਾ ਸਟੈਂਡ ਸੀਗਾ ਜੀ ਕਿ ਵੀ ਤੁਸੀਂ ਕਾਰਵਾਈ ਨਹੀਂ ਕਰ ਸਕਦੇ, ਉਹ ਬਿਲਕੁਲ ਗਲਤ ਸੀਗਾ। ਉਹ ਤਾਂ ਹਾਈ ਕੋਰਟ ਨੇ ਝੁਠਲਾਤਾ। ਹਾਈ ਕੋਰਟ ਨੇ ਕਿਹਾ ਵੀ ਅਸੀਂ ਤਾਂ ਉਡੀਕ ਰਹੇ ਹਾਂ ਤੁਸੀਂ ਕਾਰਵਾਈ ਕਰੋ। ਤੇ ਅਸਤਾਨਾ ਕਿੱਥੋਂ ਅਥਾਰਟੀ ਹੋ ਗਿਆ ਜੀ? ਹਾਈ ਕੋਰਟ ਤੋਂ ਉੱਤੇ ਹੋ ਗਿਆ। ਤਾਂ ਕੀ ਆਪਾਂ ਕੀ ਸਮਝੀਏ ਕਿ ਹੁਣ ਕੀ ਸੀਲਬੰਦ ਰਿਪੋਰਟ ਵੀ ਨਾਲੋਂ ਨਾਲ ਮਤਲਬ ਖੁੱਲਣੀ ਚਾਹੀਦੀ ਹੈ ਜਾਂ ਖੁੱਲ ਰਹੀ ਹੈ? ਉਹਦਾ ਸੁਖਵਿੰਦਰ ਜੀ ਉਹਦਾ ਹੁਣ ਪਰਪਸ ਕੀ ਰਹਿ ਗਿਆ ਸੀਲਬੰਦ ਰਿਪੋਰਟ ਦਾ, ਜਦੋਂ ਸੀਲਬੰਦ ਰਿਪੋਰਟ ਤੇ ਐਕਸ਼ਨ ਹੀ ਹੋ ਗਿਆ? ਰਿਪੋਰਟ ਤਾਂ ਹੁਣ ਗੱਲ ਪਿੱਛੇ ਰਹਿ ਗਈ। ਹੁਣ ਤਾਂ ਉਹਨਾਂ ਨੇ ਐਕਸ਼ਨ ਲੈ ਲਿਆ, ਹੁਣ ਅੱਗੇ ਤਫਤੀਸ਼ ਚੱਲੇਗੀ। ਜੋ ਸੱਚ ਸਾਹਮਣੇ ਆਣਗੇ, ਕੋਈ ਸਬੂਤ ਮਿਲਣਗੇ ਤੇ ਟ੍ਰਾਇਲ ਸ਼ੁਰੂ ਹੋਏਗਾ, ਨਹੀਂ ਤਾਂ ਉਹਨੂੰ ਬੇਕਸੂਰ ਸਾਬਤ ਕਰਤਾ ਜਾਏਗਾ। ਤੇ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਲਗਾਤਾਰ ਕਿ ਕੈਪਟਨ ਸਾਹਿਬ ਬਚਾਉਂਦੇ ਰਹੇ, ਕੀ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਇਹ ਵੀ ਸਿਆਸਤ ਹੈ? ਅਦਾਲਤੀ ਪ੍ਰਕਿਰਿਆ ਦੇ ਵਿੱਚ ਕੀ ਕੁਝ ਰਿਹਾ? ਹੁਣ ਤੱਕ ਕੈਪਟਨ ਸਾਹਿਬ ਵੱਲੋਂ ਇਹਨਾਂ ਰਿਪੋਰਟਾਂ ਨੂੰ ਖੋਲਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਦਰ ਰੁਕਾਵਟ ਪਾਈ ਗਈ। ਜਦੋਂ ਵੀ ਮੈਂ ਦਰਖਾਸਤ ਲਗਾਉਂਦਾ ਸੀ ਵੀ ਇਹਨੂੰ ਕੇਸ ਨੂੰ ਖੋਲੋ, ਤਾਂ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵੱਲੋਂ ਇਸ ਗੱਲ ਦੀ ਆਪੋਜੀਸ਼ਨ ਕੀਤੀ ਜਾਂਦੀ ਸੀ। ਹੁਣ ਕੈਪਟਨ ਨੇ ਖੁਦ ਤਾਂ ਪੇਸ਼ ਨਹੀਂ ਸੀ ਹੋਣਾ ਅਦਾਲਤ 'ਚ, ਉਹਦਾ ਦਫ਼ਤਰ ਹੀ ਪੇਸ਼ ਹੋਣਾ ਸੀਗਾ। ਇੱਕ ਵੀ ਦਰਖਾਸਤ ਨਹੀਂ ਹੈਗੀ 2017 ਤੋਂ ਬਾਅਦ ਉਹਨਾਂ ਦੀ ਕਿ ਹਾਂਜੀ ਇਹ ਤਫਤੀਸ਼ ਜਿਹੜੀ ਹੈਗੀ ਹੈ ਰਿਪੋਰਟ ਖੋਲੀ ਜਾਵੇ। ਤੇ ਰਿਪੋਰਟ ਤਾਂ ਉਹਨਾਂ ਦੀ ਆਪਣੀ ਸੀ, ਉਹਨਾਂ ਨੂੰ ਰੋਕ ਕੌਣ ਰਿਹਾ ਸੀਗਾ ਐਕਸ਼ਨ ਲੈਣ? ਬਿਲਕੁਲ ਜੀ। ਨਵਕਿਰਨ ਜੀ, ਇੱਕ ਇਹ ਵੀ ਇਹਦੇ ਵਿੱਚ ਸਾਬਕਾ DGP ਸ਼ਸ਼ੀਕਾਂਤ ਹੋਣਾ ਦਾ ਪਿਛਲੇ ਦਿਨੀ ਜਿਹੜੀ ਉਹਨਾਂ ਨੇ ਕੋਈ ਅਪੀਲ ਪਾਈ ਸੀ ਅਦਾਲਤ ਦੇ ਵਿੱਚ, ਉਹਦੀ ਵੀ ਕਾਫੀ ਚਰਚਾ ਰਹੀ। ਉਹਨਾਂ ਨੇ ਅਪੀਲ ਨਹੀਂ ਸੀ ਪਾਈ, ਉਹਨਾਂ ਨੇ ਵਕੀਲ ਖੜਾ ਕੀਤਾ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਕੇਸ ਨੂੰ ਡੀਰੇਲ ਕਰਾਇਆ ਜਾਵੇ। ਉਹ ਕਹਿੰਦੇ ਸੀ ਵੀ ਹੋਰ ਬੜੇ ਇੰਪੋਰਟੈਂਟ ਮਸਲੇ ਨੇ, ਉਹਨਾਂ ਨੂੰ ਪਹਿਲੇ ਡੀਲ ਕੀਤਾ ਜਾਵੇ। ਉਹਨਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਹਾਂ, ਇਹ ਠੀਕ ਹੈ ਵੀ ਮਹੀਨੇ 2 ਮਹੀਨੇ ਉਹ ਕੇਸ ਉਹਨਾਂ ਨੇ ਡੀਰੇਲ ਕਰਾਤਾ, ਬਟ ਅਲਟੀਮੇਟਲੀ ਜਿਹੜਾ ਹੈਗਾ ਇਨਸਾਫ ਤਾਂ ਮਿਲਣਾ ਹੀ ਸੀਗਾ। ਜਿਹੜੇ ਇਸ ਮਾਮਲੇ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਉੱਥੇ ਪਹੁੰਚੇ ਸੀ, ਉਹਦਾ ਕੀ ਬਣਿਆ ਹੁਣ? ਉਹ ਦਰਖਾਸਤ ਵੀ ਉਹਨਾਂ ਨੇ ਅਦਾਲਤ ਨੇ ਫੜੀ ਨਹੀਂ, ਮਤਲਬ ਕਿ ਉਹਨਾਂ ਨੇ ਫਾਈਲ ਕੀਤੀ, ਉਹਨਾਂ ਨੇ ਨੋਟਿਸ ਵੀ ਨਹੀਂ ਕੀਤਾ। ਉਹ ਕਹਿੰਦੇ ਸੀ ਯੂ ਆਰ ਨੋ ਵਨ। ਤੇ ਜੇ ਆਪਾਂ ਕਾਨੂੰਨੀ ਤੌਰ ਉੱਤੇ ਦੇਖੀਏ, ਧਾਰਾ 25, 27A ਤੇ 29 NDPS, ਇਹ ਮਤਲਬ ਕਿ ਥੋੜਾ ਜਿਹਾ ਇਹਨੂੰ ਖੋਲ ਕੇ ਦੱਸੋਗੇ ਕਿ ਇਹਦੇ ਵਿੱਚ ਕੀ ਕੁਝ? ਸਰ, ਮੈਂ ਨਹੀਂ ਹਾਲੇ FIR ਪੜ੍ਹੀ, ਆਪਾਂ ਇਹਨਾਂ ਤੇ ਗੱਲਾਂ ਨਾ ਕਰੀਏ। ਨਹੀਂ, ਇਕੱਲੀ ਜੇ ਆਪਾਂ ਧਾਰਾ ਤੇ ਗੱਲ ਕਰ ਲਈਏ ਕਿ ਸਰ ਮੈਨੂੰ ਕਿਹੜਾ ਧਾਰਾਵਾਂ ਸਾਰੀਆਂ ਯਾਦ ਹੁੰਦੀਆਂ ਨੇ? ਮੈਂ ਵਕੀਲ ਆ, ਕਿਤਾਬ ਖੋਲੇ ਬਿਨਾਂ ਨਹੀਂ ਗੱਲ ਕਰ ਸਕਦਾ ਮੈਂ। ਜੀ 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 ਜੀ। ਤੇ ਆਪਾਂ ਜਿਹੜੀ ਸੀਲਬੰਦ ਰਿਪੋਰਟ ਬਾਰੇ ਅਗਲੀ ਸੁਣਵਾਈ ਹੈ ਉਹ ਹਾਈ ਕੋਰਟ ਵਿੱਚ ਕਦੋਂ ਹੈ ਜੀ? 11 ਜਨਵਰੀ ਜੀ। 11 ਜਨਵਰੀ ਨੂੰ। ਤੇ ਉਦੋਂ ਤੱਕ ਹਾਈ ਕੋਰਟ ਨੇ ਕਿਹਾ ਹੋਇਆ ਕਿ ਤੁਸੀਂ ਆਪਣੀ ਰਿਪੋਰਟ ਖੋਲ ਕੇ ਉਹ ਜਨਤਕ ਕਰ ਸਕਦੇ ਹੋ? ਸਰ, ਤੁਹਾਨੂੰ ਸਾਰਿਆਂ ਨੂੰ ਅਖਬਾਰਾਂ 'ਚ ਪਤਾ ਕੀ ਹੋਇਆ, ਇਹ ਸਵਾਲ ਕਿਉਂ ਕਰਦੇ ਹੋ ਤੁਸੀਂ? ਚਲੋ, ਮੇਰਾ ਆਖਰੀ ਸਵਾਲ ਹੈ ਕਿ ਜਿਹੜੀ ED ਨੇ ਪੁੱਛਗਿੱਛ ਕੀਤੀ ਸੀਗੀ, ਉਹਦਾ ਕੀ ਬਣਿਆ? ਥੋੜਾ ਜਿਹਾ ਉਹ ਦੱਸਣਾ ਚਾਹੋਗੇ ਤਾਂ। ਉਹ ED ਦੀ ਰਿਪੋਰਟਾਂ ਵੀ ਹਲੇ ਬੰਦ ਪਈਆਂ ਨੇ। ਕੀ ਉਹ ਵੀ ਖੁੱਲਣੀਆਂ ਚਾਹੀਦੀਆਂ? ਉਹ ਵੀ ਖੋਲਣ ਲਈ ਸਾਰੇ ਖੁੱਲਣਗੀਆਂ। ਹੁਣ ਜੱਜ ਸਾਹਿਬ ਬੈਠਣਗੇ, ਉਹਨਾਂ ਕੋਲ ਟਾਈਮ ਹੋਏਗਾ ਤਾਂ ਹੀ ਖੋਲਣਗੇ ਨਾ। ਬਟ ED ਨੂੰ ਕਿੰਨੇ ਰੋਕਿਆ? ED ਵੀ ਤਾਂ ਐਕਸ਼ਨ ਲੈ ਸਕਦੀ ਹੈ। ਉਦੋਂ ED ਐਕਸ਼ਨ ਨਹੀਂ ਸੀ ਲੈਣਾ ਚਾਹੁੰਦੀ। ਹੁਣ ਹਾਲਾਤ ਬਦਲ ਗਏ ਨੇ, ਹੋ ਸਕਦਾ ED ਵੀ ਜਿਹੜਾ ਹੈਗਾ ਅੱਗੇ ਕਾਰਵਾਈ ਕਰੇ। ਜੀ, ਹਾਂਜੀ, ਸ਼ੁਕਰੀਆ ਨਵਕਿਰਨ ਸਿੰਘ ਜੀ, ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਲਈ।
ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅੱਗੇ ਵਕੀਲ ਸਰਦਾਰ ਨਵਕਿਰਨ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ FIR ਦਰਜ ਹੋਈ ਹੈ ਧਾਰਾ 25, 27A ਤੇ 29 NDPS ਐਕਟ ਦੇ ਤਹਿਤ। ਇਹਦੇ ਪਿਛੋਕੜ ਦੀ ਵੀ ਗੱਲ ਕਰਾਂਗੇ ਤੇ ਅੱਗੇ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ। ਕੀ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ? ਸੀਲਬੰਦ ਰਿਪੋਰਟ ਜਿਹੜੀ ਹਾਈ ਕੋਰਟ 'ਚ ਗਈ ਸੀ ਉਹਦੇ ਬਾਰੇ ਕੀ ਕੁਝ ਚੱਲ ਰਿਹਾ। ਸਵਾਗਤ ਹੈ ਤੁਹਾਡਾ ਨਵਕਿਰਨ ਸਿੰਘ ਜੀ। ਹਾਂਜੀ ਸੁਖਿੰਦਰ ਜੀ। ਜੀ ਨਵਕਿਰਨ ਸਿੰਘ ਜੀ, ਇਹ ਜਦੋਂ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਦੋਂ ਅਕਾਲੀਆਂ ਦਾ ਰਾਜ ਸੀ ਤੇ ਉਹ ਉਦੋਂ ਕਹਿੰਦੇ ਸੀ ਕਿ ਮਜੀਠੀਆ ਦਾ ਨਾਮ ਸਿਆਸਤ ਦੇ ਵਿੱਚ ਮਤਲਬ ਕਿ ਇੱਕ ਹਊਆ ਕ੍ਰੀਏਟ ਕਰਨ ਦੇ ਲਈ, ਕਿ ਇਹ ਨਹੀਂ ਜਾਂਚ ਨੂੰ ਡਿਰੇਲ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ। ਪਰ ਅੱਜ ਜਿਹੜੀ ਸਟੇਟ ਕ੍ਰਾਈਮ ਪੁਲਿਸ ਮੋਹਾਲੀ ਦੇ ਵਿੱਚ FIR ਦਰਜ ਹੋਈ ਆ, ਇਹਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ? ਦੇਖੋ ਜੀ, ਮੈਨੂੰ ਨਹੀਂ ਪਤਾ ਕਿ ਉਦੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਸੀ ਜਾਂ ਨਹੀਂ ਸੀ ਆਇਆ। ਮੈਨੂੰ ਤਾਂ ਇੰਨਾ ਪਤਾ ਹੈ ਕਿ 2017 ਵਿੱਚ ਮੈਨੂੰ ਪਤਾ ਚੱਲਿਆ ਕਿ ਜਿਹੜਾ ਡਰੱਗ ਰੈਕੇਟ ਕੇਸ ਦੇ ਵਿੱਚ ਚਹਿਲ ਦੀ ਸਟੇਟਮੈਂਟਸ ਕੋਈ ਹੋਈਆਂ ਨੇ ED ਦੇ ਅੱਗੇ ਜੀ, ਜਿਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ। ਸੋ ਅਸੀਂ ਉਹਦੀ ਸਰਟੀਫਾਈਡ ਕਾਪੀਜ਼ ਮੋਹਾਲੀ ਕੋਰਟ ਚੋਂ ਕਢਵਾਈਆਂ ਜੀ। ਉਹ ਸਰਟੀਫਾਈਡ ਕਾਪੀਜ਼ ਨੂੰ ਅਸੀਂ ਲਗਾ ਕੇ ਹਾਈ ਕੋਰਟ ਦੀ ਦਰਖਾਸਤ ਦਿੱਤੀ ਵੀ ਇਹ 3-4 ਸਟੇਟਮੈਂਟਸ ਹੈਗੀਆਂ ਜਿਹਦੇ ਚ ਨਾਮ ਆਇਆ ਤੇ ਹੁਣ ਤੁਸੀਂ ਜਿਹੜਾ ਹੈਗਾ ਇਹਨੂੰ ਮਿਹਰਬਾਨੀ ਕਰਕੇ ਪੰਜਾਬ ਪੁਲਿਸ ਨੂੰ ਕਹੋ ਕਿ ਇਹਦੀ ਤਫਤੀਸ਼ ਕਰਨ, ਕਿਉਂਕਿ ਉਦੋਂ ਤੱਕ ਅਕਾਲੀ ਸਰਕਾਰ ਹਟ ਚੁੱਕੀ ਸੀ। ਸਾਨੂੰ ਸੀਗਾ ਵੀ ਜਿਹੜੀ ਕਾਂਗਰਸ ਗਵਰਨਮੈਂਟ ਹੈਗੀ ਹੈ ਕਮ ਸੇ ਕਮ ਇਹਦੀ ਤਫਤੀਸ਼ ਤਾਂ ਕਰੇਗੀ। ਤੇ ਹਾਈ ਕੋਰਟ ਨੇ ਜਿਹੜਾ ਹੈਗਾ STF ਚੀਫ ਨੂੰ ਹਰਪ੍ਰੀਤ ਸਿੰਘ ਸਿੱਧੂ ਨੂੰ ਕਿਹਾ ਵੀ ਤੁਸੀਂ ਇਹਨਾਂ ਸਾਰੇ ਤੱਥਾਂ ਨੂੰ ਘੋਖੋ ਕਿ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਜੀ। ਉਹਨਾਂ ਨੇ ਆਪਣੀ ਰਿਪੋਰਟ ਦਿੱਤੀ। ਉਹ ਰਿਪੋਰਟ ਫਿਰ ਪੰਜਾਬ ਸਰਕਾਰ ਨੂੰ ਭੇਜੀ ਗਈ। ਪੰਜਾਬ ਸਰਕਾਰ ਨੇ ਅਭੀ ਆਪਣੀ ਰਿਪੋਰਟ ਦਿੱਤੀ ਜਿਹੜੀ ਕਿ April 2018 ਦੀ ਬੰਦ ਪਈ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ April 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹਾਲੇ ਚੀਫ ਮਿਨਿਸਟਰ ਸੀਗੇ, ਉਦੋਂ ਅਸੀਂ ਦਰਖਾਸਤ ਲਗਾਈ ਵੀ ਮਿਹਰਬਾਨੀ ਕਰਕੇ ਰਿਪੋਰਟਾਂ ਖੋਲੋ ਵੀ ਤੁਸੀਂ ਇੰਨੇ ਸਾਲ ਲਗਾਤੇ। ਠੀਕ ਹੈ, ਵਿੱਚ ਕਰੋਨਾ ਆ ਗਿਆ ਲੇਕਿਨ ਇਹ ਕੇਸ ਵੀ ਇੰਪੋਰਟੈਂਟ ਕੇਸ ਹੈਗਾ ਜੀ। ਸੋ ਅਲਟੀਮੇਟਲੀ ਹੁੰਦਿਆਂ ਪਿਛਲੀ ਪੇਸ਼ੀ ਤੇ ਜਿਹੜਾ ਹੈਗਾ ਜੱਜ ਸਾਹਿਬ ਨੇ ਕਹਿਤਾ ਜੀ ਅਸੀਂ ਵੀ ਸਾਡੇ ਵੱਲੋਂ ਤਾਂ ਕੋਈ ਰੁਕਾਵਟ ਹੈ ਹੀ ਨਹੀਂ ਹੈ। ਤੇ ਅਸੀਂ ਤਾਂ ਰਾਦਰ ਇਸ ਗੱਲ ਤੇ ਹੈਰਾਨ ਆ ਵੀ ਪੰਜਾਬ ਸਰਕਾਰ ਨੇ ਹੁਣ ਤੱਕ ਕੀਤਾ ਕੁਛ ਨਹੀਂ ਹੈਗਾ। ਉਸ ਦੇ ਕਰਕੇ ਜਿਹੜਾ ਹੈਗਾ ਹੁਣ ਸਾਨੂੰ ਲੱਗਦਾ ਸੀ ਵੀ ਕੋਈ ਕਾਰਵਾਈ ਹੋਏਗੀ। ਸੋ ਤੁਹਾਡੇ ਤੋਂ ਹੀ ਪਤਾ ਚੱਲ ਰਿਹਾ ਵੀ ਪਰਚਾ ਦਰਜ ਹੋ ਗਿਆ। ਹੁਣ ਪਰਚਾ ਪੜਾਂਗੇ ਤੇ ਪਤਾ ਚੱਲੇਗਾ ਵੀ ਕੀ ਉਹਦੇ ਲਿਖਿਆ ਹੋਇਆ ਹੈ ਤੇ ਕੀ ਗੱਲਬਾਤ ਹੈ। ਪਰ ਘੱਟ ਤੋਂ ਘੱਟ ਜਿਹੜੀ ਹੈ ਗੱਲ ਸ਼ੁਰੂ ਤਾਂ ਹੋਈ ਨਾ ਵੀ ਜਿਹੜੇ ਲੋਕ ਪੋਲੀਟੀਸ਼ੀਅਨਸ ਦੇ ਨਾਲ ਰਲ ਕੇ ਪੁਲਿਸ ਵਾਲੇ ਤੇ ਡਰੱਗ ਮਾਫੀਆ ਇੱਕ ਕਾਨ ਕਰਦੇ ਪਏ ਨੇ ਪੰਜਾਬ ਦੀ ਨੌਜਵਾਨੀ ਦਾ, ਉਹਨੂੰ ਕਿਧਰੇ ਠੱਲ ਪਾਉਣ ਲਈ ਇੱਕ ਕਦਮ ਤਾਂ ਪੁੱਟਿਆ ਗਿਆ। ਹਾਈ ਐਂਡ ਮਾਈਟੀ ਹੈ ਤਾਂ ਨਾ ਸਮਝਣ ਵੀ ਅਸੀਂ ਜਿਹੜੇ ਆ ਕਾਨੂੰਨ ਦੇ ਸ਼ਿਕੰਜੇ ਤੋਂ ਦੂਰ ਹੈਗੇ ਆ। ਅਸੀਂ ਤਾਂ ਇਹੀ ਕਿਹਾ ਵੀ ਇਹਦੀ ਤਫਤੀਸ਼ ਕਰੋ ਤੇ ਜੇ ਕੋਈ ਤੱਥ ਨਹੀਂ ਆਣਗੇ ਬਿਕਰਮਜੀਤ ਸਿੰਘ ਮਜੀਠੀਆ ਉਹ ਚੋਂ ਬਰੀ ਹੋ ਜਾਏਗਾ, ਹੈ ਨਾ, ਉਹਨੂੰ ਜ਼ਮਾਨਤ ਮਿਲ ਜਾਏਗੀ, ਸਭ ਕੁਝ ਹੋ ਸਕਦਾ ਹੈ, ਕਾਨੂੰਨੀ ਪ੍ਰਕਿਰਿਆ ਚੱਲੇਗੀ। ਬਿਲਕੁਲ ਜੀ। ਨਵਕਿਰਨ ਸਿੰਘ ਜੀ, ਇਹਦੇ ਵਿੱਚ ਨਾ ਮੈਂ ਉਹ ਬਿਆਨ ਜਿਹੜਾ ਕੋਟ ਕਰਦਾ ਜਿਹੜਾ ਜਗਦੀਸ਼ ਭੋਲਾ ਨੇ ਦਿੱਤਾ ਸੀ, ਉਦੋਂ ਮੈਂ ਸੁਣ ਰਿਹਾ ਸੀ। ਉਹ 'ਚ ਉਹਨੇ ਜ਼ਿਕਰ ਕੀਤਾ ਸੀ ਕਿ CIA ਸਟਾਫ 'ਚ ਜਦੋਂ ਪੁੱਛਗਿੱਛ ਹੁੰਦੀ ਸੀ ਸਾਡੀ ਤੇ ਜਦੋਂ ਮਜੀਠੀਏ ਦਾ ਨਾਮ ਆਉਂਦਾ ਸੀ ਤੇ ਕਾਰਵਾਈ ਬੰਦ ਹੋ ਜਾਂਦੀ ਸੀ। ਇਲਜ਼ਾਮ ਇਹ ਨੇ ਕਿ ਬਿਕਰਮ ਮਜੀਠੀਆ ਜਿਹੜੇ ਮੁਲਜ਼ਮ ਨੇ ਇਸ ਮਾਮਲੇ 'ਚ ਦੋਸ਼ੀ ਨੇ ਉਹਨਾਂ ਨੂੰ ਪਨਾਹ ਦਿੰਦੇ ਸੀ। ਇਸ ਪਨਾਹ ਦੇ ਆਧਾਰ ਦੇ ਉੱਤੇ ਮਾਮਲਾ ਹੁਣ ਅੱਗੇ ਵੱਧ ਰਿਹਾ। ਪਰ ਮੈਂ ਜਿਵੇਂ ਕਿਹਾ ਕਿ ਅਕਾਲੀ ਦਲ ਵਾਲੇ ਇਸ ਗੱਲ ਨੂੰ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਜਗਦੀਸ਼ ਭੋਲੇ ਨੂੰ ਗ੍ਰਿਫਤਾਰ ਕੀਤਾ, ਸਾਡੀ ਸਰਕਾਰ ਵੇਲੇ ਗ੍ਰਿਫਤਾਰ ਹੋਇਆ, ਇਹ ਸਿਰਫ ਸਿਆਸਤ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਸਿਆਸਤ ਬਾਰੇ ਤਾਂ ਸਿਆਸਤਦਾਨ ਦੱਸਣ, ਅਸੀਂ ਤਾਂ ਕੋਈ ਸਿਆਸੀ ਬੰਦੇ ਨਹੀਂ। ਸਾਡੀ ਤਾਂ ਮਨੁੱਖੀ ਅਧਿਕਾਰ ਦੀ ਆਰਗੇਨਾਈਜੇਸ਼ਨ ਹੈ ਜੀ। ਐਂਡ ਅੱਜ ਦੀ ਨਹੀਂ, 2000 ਵਿੱਚ ਅਸੀਂ ਇਹ ਜਥੇਬੰਦੀ ਰਜਿਸਟਰ ਕਰਾਈ ਸੀ ਤੇ 35-40 ਕੇਸ ਅਸੀਂ ਹਾਈ ਕੋਰਟ 'ਚ ਫਾਈਲ ਕਰ ਚੁੱਕੇ ਹਾਂ ਜਿਹਦੇ ਵਿੱਚ ਇਫੈਕਟਿਵ ਆਰਡਰਸ ਪਾਸ ਹੋਏ ਨੇ। ਇਸ ਕੇਸ ਦੇ ਵਿੱਚ ਅਸੀਂ 2013 ਤੋਂ ਹਾਈ ਕੋਰਟ ਦੇ ਵਿੱਚ ਜਿਹੜਾ ਇੰਟਰਸਟ ਲਿਟੀਗੇਸ਼ਨ ਵਿੱਚ ਹਾਈ ਕੋਰਟ ਨੂੰ ਅਸਿਸਟ ਕਰ ਰਹੇ ਹਾਂ। ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ ਹੈ। ਹਾਂ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਮੋਟਿਵ ਸਾਡਾ ਹੈਗਾ ਤੇ ਉਸ ਮੋਟਿਵ ਵਿੱਚ ਜੇ ਕੋਈ ਪੋਲਿਟਿਕਸ ਕੋਈ ਖੇਡੀ ਜਾ ਰਹੀ ਹੈ, ਕਿਸੇ ਨੂੰ ਪੋਲੀਟੀਕਲ ਫਾਇਦਾ ਹੋ ਰਿਹਾ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਲੇਕਿਨ ਅਸੀਂ ਕਿਸੇ ਪੋਲਿਟਿਕਸ ਨਾਲ ਕੋਈ ਵਾਬਸਤਾ ਨਹੀਂ ਹੈਗੇ ਤੇ ਕਿਸੇ ਨੂੰ ਵੀ ਅਸੀਂ ਪੋਲੀਟੀਕਲ ਮੋਟੀਵੇਟਿਡ ਪਟੀਸ਼ਨ ਨਾ ਅਸੀਂ ਫਾਈਲ ਕੀਤੀ, ਨਾ ਅਸੀਂ ਚਾਹੁੰਦੇ ਹਾਂ
ਵੀ ਇਹ ਯੂਜ਼ ਕੀਤਾ ਜਾਵੇ। ਬਿਲਕੁਲ। ਮੈਂ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨੇ ਇੱਕ ਕਿਹਾ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ ਤੇ ਕਹਿੰਦੇ ਜਿਹੜੇ ਮਾਮਲੇ 'ਚ ਇਨਵੈਸਟੀਗੇਸ਼ਨ ਵੀ ਹੋ ਚੁੱਕੀ ਹੈ, ਚਲਾਨ ਵੀ ਪੇਸ਼ ਹੋ ਚੁੱਕਿਆ ਹੈ, ਜੱਜਮੈਂਟ ਵੀ ਆ ਚੁੱਕੀ ਹੈ, ਫਿਰ ਦੁਬਾਰਾ ਤੁਸੀਂ ਉਹਨਾਂ ਨੂੰ ਕਿਉਂ ਖੋਲ ਰਹੇ ਹੋ? ਇਹੋ ਜਿਹਾ ਕੀ ਹੋਇਆ ਸੀ? ਦੇਖੋ ਜੀ, ਮੈਨੂੰ ਇਹਦੇ ਬਾਰੇ ਕੋਈ ਗੱਲ ਨਹੀਂ ਪਤਾ। ਮੈਂ ਤਾਂ ਜਿਹੜਾ ਕੇਸ ਦਾਇਰ ਕੀਤਾ ਹੈ ਉਹਦੇ 'ਚ ਕੋਈ ਟਰਾਇਲ ਨਹੀਂ ਹੋਇਆ, ਕੋਈ ਤਫਤੀਸ਼ ਨਹੀਂ ਹੋਈ। ਉਹ ਤਫਤੀਸ਼ ਹਾਈ ਕੋਰਟ ਨੇ ਸ਼ੁਰੂ ਕੀਤੀ ਹੈ ਤੇ ਹਾਲੇ ਤੱਕ ਤਫਤੀਸ਼ ਉਹਦੇ 'ਚ ਨਾ ਅੱਗੇ ਗਈ ਹੈ ਤੇ ਨਾ ਉੱਤੇ ਕੋਈ ਕੇਸ ਚੱਲਿਆ। ਤੁਸੀਂ ਜਿਹੜਾ ਕੇਸ ਦਾਇਰ ਕੀਤਾ ਉਹ 'ਚ ਮਜੀਠੀਆ ਸਾਹਿਬ ਦਾ ਨਾਮ ਹੈਗਾ? ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਅਸੀਂ ਕਿਹਾ ਵੀ ਬਿਕਰਮਜੀਤ ਸਿੰਘ ਮਜੀਠੀਆ ਰੈਵਨਿਊ ਮਿਨਿਸਟਰ ਐਕਸ-ਰੇ ਹੈ, ਜਿਹਦੀ ਭੈਣ ਜਿਹੜੀ ਹੈ ਸੈਂਟਰਲ ਮਿਨਿਸਟਰ ਹੈਗੀ ਹੈ, ਤੇ ਇਹਦੇ ਨਾਮ ਆ ਰਿਹਾ ਤੇ ਇਹਦੀ ਤਫਤੀਸ਼ ਕਰਨੀ ਜ਼ਰੂਰੀ ਹੈ। ਤੇ ਉਹਦੇ ਤੇ ਕੋਈ ਕਾਰਵਾਈ ਅੱਗੇ? ਉਹੀ ਕਾਰਵਾਈ ਤਾਂ ਹੁਣ ਚੱਲ ਰਹੀ ਹੈ ਜੀ, ਹੋਰ ਕਾਹਦਾ ਪਰਚਾ ਦਰਜ ਹੋਇਆ? ਇਹ ਉਸੇ ਬੇਸ ਤੇ ਚੱਲ ਰਹੀ ਹੈ। ਤੇ ਜਿਵੇਂ ਇਹਦੇ ਵਿੱਚ ਪਿਛਲੇ ਦਿਨਾਂ 'ਚ ਰਿਹਾ ਕਿ 3 ADGP ਬਿਊਰੋ ਆਫ ਇਨਵੈਸਟੀਗੇਸ਼ਨ ਬਦਲ ਗਏ, ਅਸਤਾਨਾ ਸਾਹਿਬ ਦੀ ਚਿੱਠੀ ਸਾਹਮਣੇ ਆਈ, ਤੁਸੀਂ ਵੀ ਪੜ੍ਹੀ ਹੋਣੀ ਉਹ ਚਿੱਠੀ? ਨਹੀਂ, ਮੈਂ ਨਹੀਂ ਚਿੱਠੀ ਪੜ੍ਹੀ। ਉਹ ਅਖੀਰਲੇ 2 ਪੇਜ ਸੀਗੇ ਮੇਰੇ ਖਿਆਲ, ਟਵਿੱਟਰ ਦੇ ਉੱਤੇ ਮੈਂ ਨਜ਼ਰ ਮਾਰੀ ਸੀ ਜੀ। ਅਸਤਾਨੇ ਦਾ ਉਹ ਜਿਹੜਾ ਸਟੈਂਡ ਸੀਗਾ ਜੀ ਕਿ ਵੀ ਤੁਸੀਂ ਕਾਰਵਾਈ ਨਹੀਂ ਕਰ ਸਕਦੇ, ਉਹ ਬਿਲਕੁਲ ਗਲਤ ਸੀਗਾ। ਉਹ ਤਾਂ ਹਾਈ ਕੋਰਟ ਨੇ ਝੁਠਲਾਤਾ। ਹਾਈ ਕੋਰਟ ਨੇ ਕਿਹਾ ਵੀ ਅਸੀਂ ਤਾਂ ਉਡੀਕ ਰਹੇ ਹਾਂ ਤੁਸੀਂ ਕਾਰਵਾਈ ਕਰੋ। ਤੇ ਅਸਤਾਨਾ ਕਿੱਥੋਂ ਅਥਾਰਟੀ ਹੋ ਗਿਆ ਜੀ? ਹਾਈ ਕੋਰਟ ਤੋਂ ਉੱਤੇ ਹੋ ਗਿਆ। ਤਾਂ ਕੀ ਆਪਾਂ ਕੀ ਸਮਝੀਏ ਕਿ ਹੁਣ ਕੀ ਸੀਲਬੰਦ ਰਿਪੋਰਟ ਵੀ ਨਾਲੋਂ ਨਾਲ ਮਤਲਬ ਖੁੱਲਣੀ ਚਾਹੀਦੀ ਹੈ ਜਾਂ ਖੁੱਲ ਰਹੀ ਹੈ? ਉਹਦਾ ਸੁਖਵਿੰਦਰ ਜੀ ਉਹਦਾ ਹੁਣ ਪਰਪਸ ਕੀ ਰਹਿ ਗਿਆ ਸੀਲਬੰਦ ਰਿਪੋਰਟ ਦਾ, ਜਦੋਂ ਸੀਲਬੰਦ ਰਿਪੋਰਟ ਤੇ ਐਕਸ਼ਨ ਹੀ ਹੋ ਗਿਆ? ਰਿਪੋਰਟ ਤਾਂ ਹੁਣ ਗੱਲ ਪਿੱਛੇ ਰਹਿ ਗਈ। ਹੁਣ ਤਾਂ ਉਹਨਾਂ ਨੇ ਐਕਸ਼ਨ ਲੈ ਲਿਆ, ਹੁਣ ਅੱਗੇ ਤਫਤੀਸ਼ ਚੱਲੇਗੀ। ਜੋ ਸੱਚ ਸਾਹਮਣੇ ਆਣਗੇ, ਕੋਈ ਸਬੂਤ ਮਿਲਣਗੇ ਤੇ ਟ੍ਰਾਇਲ ਸ਼ੁਰੂ ਹੋਏਗਾ, ਨਹੀਂ ਤਾਂ ਉਹਨੂੰ ਬੇਕਸੂਰ ਸਾਬਤ ਕਰਤਾ ਜਾਏਗਾ। ਤੇ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਲਗਾਤਾਰ ਕਿ ਕੈਪਟਨ ਸਾਹਿਬ ਬਚਾਉਂਦੇ ਰਹੇ, ਕੀ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਇਹ ਵੀ ਸਿਆਸਤ ਹੈ? ਅਦਾਲਤੀ ਪ੍ਰਕਿਰਿਆ ਦੇ ਵਿੱਚ ਕੀ ਕੁਝ ਰਿਹਾ? ਹੁਣ ਤੱਕ ਕੈਪਟਨ ਸਾਹਿਬ ਵੱਲੋਂ ਇਹਨਾਂ ਰਿਪੋਰਟਾਂ ਨੂੰ ਖੋਲਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਦਰ ਰੁਕਾਵਟ ਪਾਈ ਗਈ। ਜਦੋਂ ਵੀ ਮੈਂ ਦਰਖਾਸਤ ਲਗਾਉਂਦਾ ਸੀ ਵੀ ਇਹਨੂੰ ਕੇਸ ਨੂੰ ਖੋਲੋ, ਤਾਂ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵੱਲੋਂ ਇਸ ਗੱਲ ਦੀ ਆਪੋਜੀਸ਼ਨ ਕੀਤੀ ਜਾਂਦੀ ਸੀ। ਹੁਣ ਕੈਪਟਨ ਨੇ ਖੁਦ ਤਾਂ ਪੇਸ਼ ਨਹੀਂ ਸੀ ਹੋਣਾ ਅਦਾਲਤ 'ਚ, ਉਹਦਾ ਦਫ਼ਤਰ ਹੀ ਪੇਸ਼ ਹੋਣਾ ਸੀਗਾ। ਇੱਕ ਵੀ ਦਰਖਾਸਤ ਨਹੀਂ ਹੈਗੀ 2017 ਤੋਂ ਬਾਅਦ ਉਹਨਾਂ ਦੀ ਕਿ ਹਾਂਜੀ ਇਹ ਤਫਤੀਸ਼ ਜਿਹੜੀ ਹੈਗੀ ਹੈ ਰਿਪੋਰਟ ਖੋਲੀ ਜਾਵੇ। ਤੇ ਰਿਪੋਰਟ ਤਾਂ ਉਹਨਾਂ ਦੀ ਆਪਣੀ ਸੀ, ਉਹਨਾਂ ਨੂੰ ਰੋਕ ਕੌਣ ਰਿਹਾ ਸੀਗਾ ਐਕਸ਼ਨ ਲੈਣ? ਬਿਲਕੁਲ ਜੀ। ਨਵਕਿਰਨ ਜੀ, ਇੱਕ ਇਹ ਵੀ ਇਹਦੇ ਵਿੱਚ ਸਾਬਕਾ DGP ਸ਼ਸ਼ੀਕਾਂਤ ਹੋਣਾ ਦਾ ਪਿਛਲੇ ਦਿਨੀ ਜਿਹੜੀ ਉਹਨਾਂ ਨੇ ਕੋਈ ਅਪੀਲ ਪਾਈ ਸੀ ਅਦਾਲਤ ਦੇ ਵਿੱਚ, ਉਹਦੀ ਵੀ ਕਾਫੀ ਚਰਚਾ ਰਹੀ। ਉਹਨਾਂ ਨੇ ਅਪੀਲ ਨਹੀਂ ਸੀ ਪਾਈ, ਉਹਨਾਂ ਨੇ ਵਕੀਲ ਖੜਾ ਕੀਤਾ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਕੇਸ ਨੂੰ ਡੀਰੇਲ ਕਰਾਇਆ ਜਾਵੇ। ਉਹ ਕਹਿੰਦੇ ਸੀ ਵੀ ਹੋਰ ਬੜੇ ਇੰਪੋਰਟੈਂਟ ਮਸਲੇ ਨੇ, ਉਹਨਾਂ ਨੂੰ ਪਹਿਲੇ ਡੀਲ ਕੀਤਾ ਜਾਵੇ। ਉਹਨਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਹਾਂ, ਇਹ ਠੀਕ ਹੈ ਵੀ ਮਹੀਨੇ 2 ਮਹੀਨੇ ਉਹ ਕੇਸ ਉਹਨਾਂ ਨੇ ਡੀਰੇਲ ਕਰਾਤਾ, ਬਟ ਅਲਟੀਮੇਟਲੀ ਜਿਹੜਾ ਹੈਗਾ ਇਨਸਾਫ ਤਾਂ ਮਿਲਣਾ ਹੀ ਸੀਗਾ। ਜਿਹੜੇ ਇਸ ਮਾਮਲੇ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਉੱਥੇ ਪਹੁੰਚੇ ਸੀ, ਉਹਦਾ ਕੀ ਬਣਿਆ ਹੁਣ? ਉਹ ਦਰਖਾਸਤ ਵੀ ਉਹਨਾਂ ਨੇ ਅਦਾਲਤ ਨੇ ਫੜੀ ਨਹੀਂ, ਮਤਲਬ ਕਿ ਉਹਨਾਂ ਨੇ ਫਾਈਲ ਕੀਤੀ, ਉਹਨਾਂ ਨੇ ਨੋਟਿਸ ਵੀ ਨਹੀਂ ਕੀਤਾ। ਉਹ ਕਹਿੰਦੇ ਸੀ ਯੂ ਆਰ ਨੋ ਵਨ। ਤੇ ਜੇ ਆਪਾਂ ਕਾਨੂੰਨੀ ਤੌਰ ਉੱਤੇ ਦੇਖੀਏ, ਧਾਰਾ 25, 27A ਤੇ 29 NDPS, ਇਹ ਮਤਲਬ ਕਿ ਥੋੜਾ ਜਿਹਾ ਇਹਨੂੰ ਖੋਲ ਕੇ ਦੱਸੋਗੇ ਕਿ ਇਹਦੇ ਵਿੱਚ ਕੀ ਕੁਝ? ਸਰ, ਮੈਂ ਨਹੀਂ ਹਾਲੇ FIR ਪੜ੍ਹੀ, ਆਪਾਂ ਇਹਨਾਂ ਤੇ ਗੱਲਾਂ ਨਾ ਕਰੀਏ। ਨਹੀਂ, ਇਕੱਲੀ ਜੇ ਆਪਾਂ ਧਾਰਾ ਤੇ ਗੱਲ ਕਰ ਲਈਏ ਕਿ ਸਰ ਮੈਨੂੰ ਕਿਹੜਾ ਧਾਰਾਵਾਂ ਸਾਰੀਆਂ ਯਾਦ ਹੁੰਦੀਆਂ ਨੇ? ਮੈਂ ਵਕੀਲ ਆ, ਕਿਤਾਬ ਖੋਲੇ ਬਿਨਾਂ ਨਹੀਂ ਗੱਲ ਕਰ ਸਕਦਾ ਮੈਂ। ਜੀ 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 ਜੀ। ਤੇ ਆਪਾਂ ਜਿਹੜੀ ਸੀਲਬੰਦ ਰਿਪੋਰਟ ਬਾਰੇ ਅਗਲੀ ਸੁਣਵਾਈ ਹੈ ਉਹ ਹਾਈ ਕੋਰਟ ਵਿੱਚ ਕਦੋਂ ਹੈ ਜੀ? 11 ਜਨਵਰੀ ਜੀ। 11 ਜਨਵਰੀ ਨੂੰ। ਤੇ ਉਦੋਂ ਤੱਕ ਹਾਈ ਕੋਰਟ ਨੇ ਕਿਹਾ ਹੋਇਆ ਕਿ ਤੁਸੀਂ ਆਪਣੀ ਰਿਪੋਰਟ ਖੋਲ ਕੇ ਉਹ ਜਨਤਕ ਕਰ ਸਕਦੇ ਹੋ? ਸਰ, ਤੁਹਾਨੂੰ ਸਾਰਿਆਂ ਨੂੰ ਅਖਬਾਰਾਂ 'ਚ ਪਤਾ ਕੀ ਹੋਇਆ, ਇਹ ਸਵਾਲ ਕਿਉਂ ਕਰਦੇ ਹੋ ਤੁਸੀਂ? ਚਲੋ, ਮੇਰਾ ਆਖਰੀ ਸਵਾਲ ਹੈ ਕਿ ਜਿਹੜੀ ED ਨੇ ਪੁੱਛਗਿੱਛ ਕੀਤੀ ਸੀਗੀ, ਉਹਦਾ ਕੀ ਬਣਿਆ? ਥੋੜਾ ਜਿਹਾ ਉਹ ਦੱਸਣਾ ਚਾਹੋਗੇ ਤਾਂ। ਉਹ ED ਦੀ ਰਿਪੋਰਟਾਂ ਵੀ ਹਲੇ ਬੰਦ ਪਈਆਂ ਨੇ। ਕੀ ਉਹ ਵੀ ਖੁੱਲਣੀਆਂ ਚਾਹੀਦੀਆਂ? ਉਹ ਵੀ ਖੋਲਣ ਲਈ ਸਾਰੇ ਖੁੱਲਣਗੀਆਂ। ਹੁਣ ਜੱਜ ਸਾਹਿਬ ਬੈਠਣਗੇ, ਉਹਨਾਂ ਕੋਲ ਟਾਈਮ ਹੋਏਗਾ ਤਾਂ ਹੀ ਖੋਲਣਗੇ ਨਾ। ਬਟ ED ਨੂੰ ਕਿੰਨੇ ਰੋਕਿਆ? ED ਵੀ ਤਾਂ ਐਕਸ਼ਨ ਲੈ ਸਕਦੀ ਹੈ। ਉਦੋਂ ED ਐਕਸ਼ਨ ਨਹੀਂ ਸੀ ਲੈਣਾ ਚਾਹੁੰਦੀ। ਹੁਣ ਹਾਲਾਤ ਬਦਲ ਗਏ ਨੇ, ਹੋ ਸਕਦਾ ED ਵੀ ਜਿਹੜਾ ਹੈਗਾ ਅੱਗੇ ਕਾਰਵਾਈ ਕਰੇ। ਜੀ, ਸ਼ੁਕਰੀਆ ਨਵਕਿਰਨ ਸਿੰਘ ਜੀ, ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਲਈ।